ठीक है। हुण जे वो अपना फर्ज नहीं पछाण, मैं कहना प्रबंधक भी नहीं कर रहे, प्रबंधक भी नहीं कर रहे, वो भी नहीं कि ਜਿਹੜੇ ਬੰਦੇ ਲੜੇ ਆ ਉਹਨਾਂ ਨੂੰ ਇਦਾਂ ਪਤਾ ਨਹੀਂ ਸੀ ਵੀ ਲੜਾਈ ਦੇ ਕਨਸੀਕੁਐਂਸਸ ਕੀ ਆ। ਇੰਨਾ ਤਾਂ ਪਤਾ ਹੋਣਾ ਚਾਹੀਦਾ ਸੀ ਨਾ। ਹੁਣ ਜਿਹੜੇ ਬੰਦੇ ਇੱਥੇ ਤੁਸੀਂ ਆਏ ਆ ਕੈਨੇਡਾ, ਤੁਸੀਂ ਕਿਸ ਗਰਾਊਂਡ ਤੇ ਆਏ ਆ, ਬਿਜ਼ਨਸ ਤੇ ਜਾਂ ਪੁਆਇੰਟ ਸਿਸਟਮ ਤੇ? ਮੇਰੇ ਕੋਲ ਪੀਆਰ ਮਿਲੀ ਸੀ, ਮੈਨੂੰ ਤਾਂ ਕੰਪਨੀ ਵੱਲੋਂ ਪੀਆਰ, ਮੈਨੂੰ ਕੰਪਨੀ ਨੇ ਉੱਥੇ ਭੇਜਿਆ, ਮੈਂ ਤੇ ਜਿੱਥੇ ਗੈਸ ਦੀ ਕੰਪਨੀ। ਠੀਕ ਆ। ਹੁਣ ਬਹੁਤ ਸਾਰੇ ਬੰਦੇ ਜਾਣੀ ਪਹਿਲਾਂ ਆਏ ਏਜੰਟਾਂ ਦੇ ਰਾਹੀਂ 30 ਲੱਖ ਲਾ ਕੇ ਆਏ, ਬਹੁਤ ਸਾਰੇ ਬੰਦੇ ਬਿਜ਼ਨਸ ਦੇ ਆਧਾਰ ਦੇ ਉੱਤੇ ਆਏ ਆ। ਹੁਣ ਜੇ ਸਟੂਡੈਂਟਸ ਨੂੰ ਓਪਰਚੁਨਿਟੀ ਮਿਲੀ ਆ, ਉਹਨਾਂ ਨੂੰ ਨਾਲ ਇਹ ਵੀ ਤਾਂ ਸਮਝਣਾ ਚਾਹੀਦਾ ਨਾ ਵੀ ਅਸੀਂ ਜਾ ਕੇ ਉੱਥੇ ਐਡਜਸਟ। ਦੇਖੋ ਤੁਸੀਂ ਮੋਟਰਵੇ ਤੇ ਗੱਡੀ ਪਾਉਨੇ ਆ, ਮੋਟਰਵੇ ਦੀਆਂ 4 ਲੇਨਾਂ ਆ, ਉਹ ਤੇ ਗੱਡੀਆਂ ਜਾ ਰਹੀਆਂ ਆ। ਹੁਣ ਜੇ ਉੱਥੇ ਖੜ ਕੇ ਕਦੇ ਦੇਖੋ ਨਾ ਤੁਸੀਂ, ਫੇਅਰਲੀ ਟਰਾਂਸਪੋਰਟ ਮਿਨਿਸਟਰ ਨੂੰ ਜਾਂ ਕਿਸੇ ਅਧਿਕਾਰੀ ਨੂੰ ਪੁੱਛੋ ਵੀ ਮੈਂ ਇੱਥੇ ਗੱਡੀ ਪਾਉਣੀ ਚਾਹੁੰਦਾ, ਦੱਸ ਮੈਨੂੰ ਕਿੱਥੇ ਕੁ ਜਗ੍ਹਾ ਮਿਲੂਗੀ। ਖੜ ਕੇ ਦੇਖ ਲਿਓ, ਤੁਹਾਨੂੰ ਕਿਤੇ ਵੀ ਨਹੀਂ 10 ਮੀਟਰ ਤੋਂ ਵੱਧ ਜਗ੍ਹਾ ਮਿਲਦੀ। ਬੰਦਾ ਕਹੇ ਵੀ ਇਦਾਂ ਤਾਂ ਕਦੇ ਵੀ ਨਹੀਂ ਗੱਡੀ ਪਾ ਸਕਦਾ ਮੈਂ। ਉਹ ਕਹਿੰਦੇ ਵੀ ਚੱਲ ਠੀਕ ਹੈ, ਤੂੰ ਇਦਾਂ ਕਰ, ਇੱਥੋਂ ਨਾ ਇਹਨਾਂ ਲਾਈਟਾਂ ਤੋਂ ਗੱਡੀ ਮੋੜ ਵੀ ਆਹ ਦੇਖ 60-70 ਮੀਟਰ ਦਾ ਬਖਵਾ ਆ, ਇਹਦੇ ਉੱਤੇ ਜਾ ਕੇ ਨਾ ਆਪਣੀ ਗੱਡੀ ਨੂੰ ਜਿੰਨੀ ਜੇ 100 ਦੀ ਸਪੀਡ ਆ, ਇਹਨੂੰ ਕੋਸ਼ਿਸ਼ ਕਰ ਪਏ 90 ਤੱਕ ਚੱਲ ਜਾਵੇ। ਫਿਰ ਨੇੜੇ ਜਾ ਕੇ ਇੰਡੀਕੇਟਰ ਦੇ ਦੇਈਂ। ਉਹ ਜਿਹੜੀਆਂ ਪਿੱਛੋਂ ਗੱਡੀਆਂ ਆਉਣੀਆਂ ਆ ਉਹਨਾਂ ਦੇ ਮੂਹਰੇ ਸਾਈਨ ਲਾਇਆ ਆ ਵੀ ਭਾਈ ਇੱਥੋਂ ਐਂਟਰ ਹੋਣੀਆਂ ਨਵੀਆਂ ਗੱਡੀਆਂ, ਵੀ ਉਹਨੇ ਤੈਨੂੰ ਥਾਂ ਦੇ ਦੇਣੀ ਆ। ਪਰ ਕੋਸ਼ਿਸ਼ ਕਰੀ ਆਪਣੀ ਗੱਡੀ ਨੂੰ ਇੰਨੀ ਕੁ ਤੇਜ਼ ਕਰ ਲਈ ਜਿੰਨੀ ਤੇਜ਼ ਉਹ ਜਾਂਦੀਆਂ ਗੱਡੀਆਂ। ਇਦਾਂ ਨਾ ਹੋਵੇ ਵੀ ਜੋ 100 ਤੇ ਆਉਣੀਆਂ ਤਾਂ 50 ਤੇ ਗੱਡੀ ਵਿੱਚ ਵੜੀ, ਤੇਰੇ ਪਿੱਛੋਂ ਭੰਨਣੀ ਕਿਸੇ ਨੇ ਵੀ ਨਾ ਕਹੀਂ। ਹੁਣ ਜੇ ਤੁਹਾਨੂੰ ਇਹ ਮੋਟਰਵੇ ਤੇ ਚੜ੍ਹਨ ਦੀ ਇਜਾਜ਼ਤ ਮਿਲੀ ਆ ਤੇ ਆਪਣੀ ਗੱਡੀ ਨੂੰ ਉਨੀ ਕੁ ਤੇਜ਼ ਕਰ ਲਓ ਤਾਂ, ਤੇ ਦੇਖ ਲਓ ਵੀ ਮੇਰੀ ਗੱਡੀ ਇੱਥੇ ਚੱਲਣ ਜੋਗੀ ਹੈਗੀ ਆ ਕਿ ਨਹੀਂ। ਹੁਣ ਜਿਹੜੀ ਗੱਡੀ ਦਾ ਪਹਿਲਾਂ ਹੀ ਤੁਹਾਨੂੰ ਬਰੰਟ ਵਾਲਿਆਂ ਨੇ ਕਹਿਤਾ ਵੀ ਇਹਦੇ ਟਾਇਰ ਬਦਲਾ ਲਾ, ਨਹੀਂ ਤਾਂ ਫਟ ਜਾਣਾ ਪਤਾ ਨਹੀਂ ਕਿਸੇ ਵੇਲੇ, ਉਹਨੂੰ ਤੁਸੀਂ ਜਿੱਥੇ 150-125 ਕਿਲੋਮੀਟਰ ਦੀ ਸਪੀਡ ਨਾਲ ਗੱਡੀਆਂ ਜਾਂਦੀਆਂ ਮੋਟਰਵੇ ਤੇ ਚਾੜ ਲੈਂਦੇ ਆ। ਹੁਣ ਮੰਨ ਲਓ ਪਿੱਛੇ ਟਰੇਲੇ 'ਚ ਸਮਾਨ ਰੱਖਿਆ, ਉੱਤੇ ਤਰਪਾਲ ਵੀ ਨਹੀਂ ਪਾਈਓ, ਮੋਟਰਵੇ ਤੇ ਚਾੜਦੇ ਤਾਂ ਰਜਾਈ ਉੜੀ ਜਾਂਦੀ, ਸਰਾਣਾ ਉਧਰ ਨੂੰ ਉੱਡ ਗਿਆ। ਫੇਰ ਤੁਸੀਂ ਕਹੋ ਵੀ ਬਾਕੀਆਂ ਨੂੰ ਹੱਕ ਦਿੱਤੇ, ਮੈਨੂੰ ਰੋਕ ਦਿੱਤਾ। ਉਹ ਸਾਰਾ ਕੁਛ ਸਾਨੂੰ ਨਾ ਜਦੋਂ ਅਸੀਂ ਸਮੁੱਚਤਾ ਦੇਖਦੇ ਹਾਂ, ਜਾਣੀ ਕਿਸੇ ਨਾ ਕਿਸੇ ਧਿਰ ਨੂੰ ਆਪਣੇ ਫਰਜ਼ ਪਛਾਣਨ ਲਈ, ਆਪਣੇ ਫਰਜ਼ਾਂ ਪ੍ਰਤੀ ਸੁਚੇਤ ਹੋ ਕੇ, ਜਾਗਰੂਕ ਹੋ ਕੇ, ਆਪਣੀ ਡਿਊਟੀ ਓਰੀਐਂਟਡ ਹੋ ਕੇ ਸਾਨੂੰ ਸਟੈਪ ਲੈਣੇ ਪੈਣੇ ਆ। ਕੀ ਸਲਾਹ ਦਿੰਦੇ ਉੱਤੇ? ਮਤਲਬ ਮੈਨੂੰ ਸਮਝ ਨਹੀਂ ਆ, ਮੈਂ ਥੋੜਾ ਜਿਹਾ ਕਨਫਿਊਜ਼ ਹਾਂ ਇੱਥੇ। ਮਤਲਬ ਕੀ ਕਰਨਾ ਕੀ ਚਾਹੀਦਾ ਹੈ? ਜਿਹੜਾ ਕੰਡੀਸ਼ਨ ਹੈ, ਇਹ ਹਾਲਤ ਇਸ ਟਾਈਮ 'ਚ ਇਹ ਆ ਕਿ ਉਹ ਆਊਟਕਾਸਟ 'ਚ ਕਰਤੇ ਗਏ ਨੇ। ਜਿਹੜਾ ਇੱਥੇ 1.25 ਲੱਖ ਬੱਚਾ ਬੈਠਾ ਹੈ, ਉਹ ਆਊਟਕਾਸਟ 'ਚ ਕਰਤਾ ਗਿਆ। ਉਹ ਹਮੇਸ਼ਾ ਤੋਂ ਹੀ ਅਸੀਂ ਮੈਂ ਨਾ 87 ਵਿੱਚ ਇੱਥੇ ਆਇਆ, ਉਦੋਂ ਸਟੂਡੈਂਟ ਨਹੀਂ ਸੀ ਹੁੰਦੇ, ਤੇ ਅਸੀਂ ਜਦੋਂ ਆਏ ਆ ਤੇ ਸਾਨੂੰ ਇੱਥੇ ਨੀਲੇ ਕਹਿੰਦੇ ਹੁੰਦੇ ਸੀ, ਇਹ ਜਿਹੜੇ ਪੁਰਾਣੇ ਬੰਦੇ ਸੀ। ਸਾਨੂੰ ਬਹੁਤ ਚਿਰ ਬਾਅਦ ਇਹਨਾਂ ਨੇ ਇਦਾਂ ਜਿੱਦਾਂ ਉਦੋਂ ਬਿਸਟਰ ਆਈ ਸੀ, ਬਿਸਟਰ ਵੀਜ਼ਾ ਲੌਂਗੀ, ਡੇਵਿਡ ਲੌਂਗੀ ਇੱਥੇ ਪ੍ਰਧਾਨ ਮੰਤਰੀ ਹੁੰਦਾ ਸੀ, ਉਹਦੀ ਰਾਜੀਵ ਗਾਂਧੀ ਇਹਨਾਂ ਦੇ ਟੱਬਰ ਨਾਲ ਬਹੁਤ ਸੀ ਉਹਦੀ। ਤੇ ਜਦੋਂ ਰਾਜੀਵ ਗਾਂਧੀ ਬਣਿਆ ਪ੍ਰਾਈਮ ਮਿਨਿਸਟਰ, ਉਹ ਲੌਂਗੋਵਾਲ ਦਾ ਸਮਝੌਤਾ ਹੋਇਆ 85 ਦੇ ਐਂਡ ਜਿਹੇ ਦੇ ਵਿੱਚ, 86 ਦੇ ਸ਼ੁਰੂ ਦੇ ਵਿੱਚ ਇੱਥੇ ਵੀਜ਼ੇ ਖੋਲ ਦਿੱਤੇ ਸੀ ਪੰਜਾਬ ਦੇ ਲਈ। ਖੋਲੇ ਵੀ ਏਦਾਂ ਖੁੱਲ੍ਹ ਦਿਲੀ ਨਾਲ ਸੀ ਵੀ ਜਿਹੜੇ ਬੰਦੇ ਸੀਗੇ ਇੱਥੇ ਸਪਾਂਸਰ ਇੱਕ ਪੇਪਰ ਭੇਜਦੇ ਸੀ, ਉਹ ਤੇ 10-10, 8-8, 6-6 ਨਾਮ ਪਾ ਕੇ ਏਦਾਂ ਹੀ ਆ ਜਾਂਦੇ ਸੀ। ਉਹ ਜਿੱਦਾਂ ਹੁਣ ਕਹਿੰਦੇ ਨਾ ਵੀ ਸੰਗਤ ਤਾਂ ਜੀ ਥੋੜੀ ਹੁੰਦੀ, ਬਾਕੀ ਤਾਂ ਸਟੂਡੈਂਟ ਹੁੰਦੇ ਆ, ਏਦਾਂ ਹੀ ਉਦੋਂ ਕਹਿੰਦੇ ਹੁੰਦੇ ਸੀ ਵੀ ਸੰਗਤ ਤਾਂ ਥੋੜੀ ਹੁੰਦੀ, ਬਾਕੀ ਤਾਂ ਵਿਜ਼ਟਰ ਆ ਸਾਰੇ। ਤੇ ਵਿਜ਼ਟਰ ਕਹਿੰਦੇ ਸੀ ਉਦੋਂ, ਕਿਉਂਕਿ ਵਿਜ਼ਟਰ ਵੀਜ਼ੇ ਤੇ ਆਏ ਸੀ ਅਸੀਂ। ਹੁਣ ਗੱਲ ਇਹ ਆ, ਇਹ ਹਰੇਕ ਦੌਰ ਦੇ ਵਿੱਚ ਹੁੰਦੀ ਆ। ਤੁਸੀਂ ਇੱਕ ਦੇਖੋ, ਮੈਂ ਨਿਊਜ਼ੀਲੈਂਡ 'ਚ ਮੇਰਾ ਤਜਰਬਾ ਹੈ, ਜਿਹੜੇ ਸਟੂਡੈਂਟ ਕਿਸੇ ਟਾਈਮ ਇਹ ਕਹਿੰਦੇ ਸੀ ਨਾ ਵੀ ਸਾਡੇ ਨਾਲ ਧੱਕਾ ਹੋ ਰਿਹਾ ਆ, ਉਹੀ ਸਟੂਡੈਂਟਾਂ ਨੇ ਪੱਕੇ ਹੋ ਕੇ ਏਜੰਟੀ ਦਾ ਧੰਦਾ ਖੋਲ ਲਿਆ। ਉਹੀ ਸਟੂਡੈਂਟ ਪੱਕੇ ਹੋ ਕੇ ਕਾਲਜਾਂ ਦੇ ਮੈਨੇਜਰ ਬਣ ਗਏ। ਸਹੀ ਗੱਲ। ਉਹਨਾਂ ਦੀ ਇਦਾਂ ਦੇ ਵੀ ਸਟੂਡੈਂਟ ਇੱਥੇ ਹੈਗੇ ਆ ਵੀ ਜੇ 5 ਕਾਲਜ ਹੈ ਨਾ ਸ਼ਹਿਰ ਦੇ ਵਿੱਚ, ਤੇ ਕੱਲੇ ਕਾਲਜ ਨੇ ਮੋਹਰੇ ਸਟੂਡੈਂਟ ਕਮਿਸ਼ਨ ਤੇ ਰੱਖ ਲਏ ਵੀ ਕਿਉਂਕਿ ਸਾਨੂੰ ਇੰਡੀਆ ਤੋਂ ਸਟੂਡੈਂਟ ਨਹੀਂ ਮਿਲ ਰਹੇ, ਤੁਸੀਂ ਇਹ ਕੋਸ਼ਿਸ਼ ਕਰੋ ਵੀ ਦੂਜੇ ਕਾਲਜਾਂ ਦੇ ਸਟੂਡੈਂਟਾਂ ਨੂੰ ਭੰਨ ਕੇ ਲਿਆ ਕੇ ਸਾਡੇ ਵੱਲ ਲੈ ਕੇ ਆਓ।
ਹਾਂਜੀ ਹਾਂਜੀ ਵੀ ਤੁਹਾਨੂੰ ਇੱਕ ਸਟੂਡੈਂਟ ਮਗਰ $500 ਦੇਾਂਗੇ ਅਸੀਂ। ਹਾਂਜੀ ਹਾਂਜੀ ਹੈ ਇਹਦਾ ਕੰਮ ਧੰਦਾ ਕਰਦੇ ਬੱਚੇ। ਹੁਣ ਏਜੰਟੀ ਵੀ ਉਹਨਾਂ ਨੇ ਕੀਤੀ, ਕਾਲਜ ਦੇ ਵਿੱਚ ਵੀ ਉਹ ਜਾ ਕੇ ਸ਼ੋਸ਼ਣ ਉਹਨਾਂ ਦੀਆਂ ਅਸਾਈਨਮੈਂਟਾਂ ਦੇ ਕਰਨ ਲਈ ਉਹੀ ਬੰਦੇ ਆ ਜਿਹੜੇ ਅਸੀਂ ਜਦੋਂ ਆਏ ਆ, ਜਿਹੜੇ ਬੰਦੇ ਉਦੋਂ ਆ ਕੇ ਰੌਲਾ ਪਾਉਂਦੇ ਸੀ ਨਾ ਵੀ ਸਾਨੂੰ ਇੱਥੇ ਜੌਬ ਮਿਲਣ ਤੋਂ ਔਖਾ ਹੋ ਰਿਹਾ ਹੈ, ਲੋਕ ਧੱਕਾ ਕਰ ਰਹੇ ਆ, ਉਹਨਾਂ ਦੇ ਵਿੱਚੋਂ ਜਿਹੜੇ ਜਾਨੀ ਹੁਣ ਤੱਕ ਜਿਹੜੇ ਇੱਥੇ ਦੇ ਫਾਰਮਿੰਗ ਵਿੱਚ ਠੇਕੇਦਾਰ ਆ, ਉਹਨਾਂ ਚੋਂ 95% ਉਹ ਬੰਦੇ ਆ ਜਿਹੜੇ ਉਦੋਂ ਵਿਜ਼ਟਰ ਵੀਜ਼ੇ ਤੇ ਆ ਕੇ ਇਹ ਕੰਪਲੇਂਟ ਕਰਦੇ ਸੀ ਵੀ ਸਾਡੇ ਨਾਲ ਧੱਕਾ ਹੋ ਰਿਹਾ ਆ। ਉਹਨੇ ਠੇਕੇਦਾਰੀ ਕੀਤੀ ਜਾ ਕੇ। ਹੁਣ ਮੈਂ ਗੱਲ ਫੇਰ ਉੱਥੇ ਕਰਦਾ ਵੀ ਅਸੀਂ ਆਪਣੇ ਰਾਈਟਸ ਓਰੀਐਂਟਡ ਆ, ਸਾਡੀ ਸੋਚ ਹੱਕਾਂ ਪ੍ਰਤੀ ਸੁਚੇਤ ਆ। ਇਹਨੂੰ ਪੀੜ੍ਹੀ ਲੱਗਣੀ ਆ ਬਦਲਣ ਨੂੰ, ਇੱਕਦਮ ਨਹੀਂ, ਤੀਜੀ ਪੀੜ੍ਹੀ 'ਚ ਜਾ ਕੇ ਬਦਲਾਅ ਹੋ ਸਕਦਾ। ਸਾਨੂੰ ਇਹਨਾਂ ਲੋਕਾਂ ਵਾਂਗ ਸੋਚਣਾ ਪੈਣਾ ਆ। ਅਸੀਂ ਇਹ ਲੋਕ 40 ਘੰਟੇ ਕੰਮ ਕਰਕੇ 2 ਦਿਨ ਵਿਚਲੇ ਘੁੰਮਦੇ ਆ। ਹਾਂ, ਅਸੀਂ ਕਹਿੰਦੇ ਵੀ ਲੌਗ ਬੁੱਕ ਕਾਤੇ ਆ, ਮੈਨੂੰ 11 ਘੰਟੇ ਕਰਨੀ ਪੈਂਦੇ, ਮੈਨੂੰ ਇੰਸਟਰਕਸ਼ਨ ਹੈ, ਮੈਂ ਤਾਂ 14 ਕਰਨਾ ਚਾਹੁੰਦਾ। ਜਾਨੀ ਸਾਨੂੰ ਹੁਣ ਬੰਦਾ ਟਰੱਕ ਚਲਾ ਰਿਹਾ, ਉਹਦੇ ਕੋਲ ਬਾਥਰੂਮ ਲਈ ਖੜਨ ਲਈ ਟਾਈਮ ਨਹੀਂ, ਜਦ ਕਿ ਡਾਕਟਰ ਕਹਿੰਦੇ ਜੇ ਬਾਥਰੂਮ ਰੋਕਿਆ ਤੇ ਪ੍ਰੋਬਲਮ ਬਣਨੀ ਹੈ ਤੈਨੂੰ, ਰੋਟੀ ਖਾਣ ਲਈ ਟਾਈਮ ਨਹੀਂ। ਮਤਲਬ ਇਹ ਥੋੜੀ, ਤਾਂ ਅਸੀਂ ਪਤਾ ਨਹੀਂ ਹੁਣ ਮੈਂ ਕਿੰਨਾ ਕੁ ਗਲਤ ਹੋਵਾਂ, ਇਹ ਥੋੜੀ ਹੋ ਸਕਦਾ ਵੀ ਇਦਾਂ ਤੁਸੀਂ ਆਪਣੀ ਲਾਈਫ ਨੂੰ ਸੈੱਟ ਨਹੀਂ ਕਰ ਸਕਦੇ ਵੀ ਜੇ ਸਵੇਰੇ ਤੁਸੀਂ ਬ੍ਰੇਕਫਾਸਟ ਕਰਦੇ ਆ ਤਾਂ ਕਿੰਨੇ ਚਿਰ ਬਾਅਦ ਤੁਸੀਂ ਘੰਟਾ ਕੱਢ ਸਕਦੇ, 1.5 ਘੰਟਾ ਕੱਢ ਸਕਦੇ ਆ ਆਪਣੀ ਲਾਈਫ ਨੂੰ ਕਰਨੇ ਲਈ। ਅਸੀਂ ਜਾਣੀ ਚਲੋ ਇਹ ਵੀ ਪਤਾ ਨਹੀਂ ਕਿੱਦਾਂ ਕਰਦੇ ਆ ਅਸੀਂ, ਸਾਡੇ ਜਿੰਨੇ ਧੰਦੇ ਆ, ਜਿੰਨੇ ਪੇਸ਼ੇ ਆ ਪੰਜਾਬੀਆਂ ਦੇ, ਉਹ ਆ ਜਿਨ੍ਹਾਂ 'ਚ ਪੈਸਾ ਆ। ਹੁਣ ਇਹਨਾਂ ਮੁਲਕਾਂ ਨੇ ਸਕੂਲ ਬਣਾਏ, ਹਸਪਤਾਲ ਬਣਾਏ ਆ, ਜਿਹੜਾ ਧੰਦਾ, ਜੇ ਹੁਣ ਟੈਕਸੀ ਵੀ ਆ, ਇਹ ਬੰਦੇ ਜਦੋਂ ਚਲਾਉਂਦੇ, ਹਸਪੀਟਲ, ਨਰਸਿੰਗ ਕਰਦੇ ਆ। ਜਾਣੀ ਇੱਕ ਮੈਂ ਇੱਥੇ ਪਰਿਵਾਰ ਨੂੰ ਜਾਣਦਾ ਜੀ, ਉਹ ਲੇਡੀ ਮੈਨੇਜਰ ਸੀ, 90,000 ਉਹਦੀ ਤਨਖਾਹ ਸੀ। ਉਹਨੇ ਰਿਸੈਪਸ਼ਨਿਸਟ ਦੀ ਜੌਬ ਕੀਤੀ, 1.5 ਸਾਲ 2 ਸਾਲ ਦੇ ਵਿੱਚ ਉਹ ਮੈਨੇਜਰ ਬਣ ਗਈ ਤੇ ਉਹ ਲੱਖ ਦੇ ਲਾਗੇ ਤਨਖਾਹ ਪਹੁੰਚ ਗਈ ਉਹਦੀ। ਉਹ 2 ਸਾਲ ਬਾਅਦ ਉਹ ਕਹਿੰਦੀ ਵੀ ਮੈਂ ਇੱਥੇ ਦਾ ਜੌਬ ਕਰ ਲਈ, ਮੈਂ ਆ ਕੇ ਬਾਹਰਲੇ ਮੁਲਕ 'ਚ ਆਈ ਸੀ, ਅਸਲ 'ਚ ਮੈਂ ਟੀਚਰ ਬਣਨਾ ਚਾਹੁੰਦੀ ਆ। ਉਹ ਜੌਬ ਛੱਡ ਕੇ ਪ੍ਰਾਇਮਰੀ ਸਕੂਲ ਦੀ ਟੀਚਰ ਲੱਗ ਗਈ ਉਹ। ਹੁਣ ਉੱਥੇ 35-40 ਹਜ਼ਾਰ ਦਾ ਪੈਕੇਜ ਆ। ਪੈਸ਼ਨ ਦੇਖਿਆ ਨਾ ਮੈਂ, ਆਪਣਾ ਪੈਸ਼ਨ ਫੋਲੋ ਕੀਤਾ। ਹੁਣ ਇਹ ਸਾਡੇ 'ਚ ਹੈਗਾ ਆ, ਇਹ ਸਰ ਇਹ ਰੱਜਿਆਂ 'ਚ ਹੈਗਾ, ਭੁੱਖਿਆਂ 'ਚ ਨਹੀਂ ਹੈਗਾ। ਮੈਂ ਹਾਂ ਗੱਲ, ਹੁਣ ਪ੍ਰੋਬਲਮ ਤਾਂ ਇੱਥੇ ਆ ਵੀਰ ਜੀ, ਉਹ ਜਿਹੜੀਆਂ ਅਸੀਂ ਡਿਸਕਸ਼ਨ ਕਰਦੇ ਆ ਉਹ ਤਾਂ ਸਿੱਟੇ ਆ, ਉਹ ਕਾਰਨ ਨਹੀਂ ਹੈਗੇ। ਅਸੀਂ ਸਿੱਟਿਆਂ ਨੂੰ ਡਿਸਕਸ ਕਰਦੇ ਆਂ ਵੀ ਆਹ ਹੋਇਆ, ਸਾਨੂੰ ਕਾਰਨ ਡਿਸਕਸ ਕਰਨੇ ਪੈਣੇ ਆ ਵੀ ਜਦੋਂ ਅਸੀਂ ਕਹਿੰਦੇ ਵੀ ਗੁਰਦੁਆਰੇ ਵਾਲੇ ਇੰਡਕਸ਼ਨ ਦਾ ਕੰਮ ਨਹੀਂ, ਇੱਥੇ ਨਹੀਂ ਹੋਣਾ, ਉਹ ਪੰਜਾਬ ਦੇ ਵਿੱਚ ਹੋਣਾ। ਜਿਹੜੇ ਸਟੂਡੈਂਟ ਇਹ ਸਮਝਦੇ ਆ ਵੀ ਮੈਂ ਸਵੈ ਮਾਣ ਨਾਲ ਰਹਿਣਾ, ਉਹਨਾਂ ਨੂੰ ਉੱਥੋਂ ਸਮਝ ਕੇ ਆਉਣਾ ਪੈਣਾ। ਕੋਈ ਸਟੂਡੈਂਟ ਇਦਾਂ ਚੈਲੰਜ ਲੈ ਕੇ ਆਵੇ ਨਾ ਵੀ ਨਿਊਜ਼ੀਲੈਂਡ, ਆਪਣੇ ਕੈਨੇਡਾ ਦੇ ਵਿੱਚ ਜਿਹੜਾ ਸਿਟੀਜ਼ਨ ਆ, ਮੈਂ ਉਹਦੇ ਬਰਾਬਰ ਬਿਲਕੁਲ ਉਦਾਂ ਦਾ ਜੀਣਾ, ਆਪਣੇ ਰਹਿਣ ਜੋਗੇ ਪੈਸੇ ਲੈ ਆਵੇ, ਬੇਸਮੈਂਟ ਵਿੱਚ ਨਾ ਰਹੇ, ਪਰਿਵਾਰ ਨੂੰ ਕਹੇ ਵੀ ਮੈਨੂੰ, ਅਸੀਂ 2 ਜਣੇ ਹੈਗੇ ਆ, ਸਾਨੂੰ ਇੱਕ ਰੂਮ ਚਾਹੀਦਾ, 4 ਜਣੇ ਇਕੱਠੇ ਹੋ ਕੇ 2 ਬੈਡਰੂਮ ਦਾ ਫਲੈਟ ਲੈ ਲੈਣ। ਉਹ ਆਪਣੇ ਪੂਰੇ ਤੇ ਜੇ ਸ਼ਰਾਬ ਪੀਣੀ ਆ, ਉਹ ਆਪਣੇ ਫਲੈਟ ਤੋਂ ਜਾਣ, ਗੱਡੀ ਉੱਥੇ ਖੜੀ ਕਰਨ, ਟੈਕਸੀ ਲੈ ਕੇ ਜਾਣ ਪੱਬ, ਉੱਥੇ ਸ਼ਰਾਬ ਪੀ ਕੇ ਟੈਕਸੀ ਵਾਲੇ ਨੂੰ ਕਹਿਣ ਸਾਨੂੰ ਘਰ ਛੱਡ ਦੇ। ਪ੍ਰੋਬਲਮ ਪਤਾ ਕੀ ਸਰ, ਬੱਚੇ ਜਿਹੜੇ ਇੱਥੇ ਆਉਂਦੇ ਨਾ, ਮੋਸਟਲੀ ਜਿਹੜੇ ਬੱਚੇ ਆਉਂਦੇ ਨੇ, ਉਹਨਾਂ ਦੇ ਰਿਲੇਟਿਵ ਵਗੈਰਾ ਵੀ ਬ੍ਰੈਂਪਟਨ ਵਗੈਰਾ ਤੇ ਰਹਿੰਦੇ ਹੁੰਦੇ ਨੇ, ਉਹ ਆਪਣੇ ਆਪ ਨੂੰ ਬੜਾ ਪੂਜੀ ਦਾ ਫੀਲ ਕਰਦੇ ਨੇ ਬ੍ਰੈਂਪਟਨ ਦੇ ਇਲਾਕੇ 'ਚ, ਕਹਿੰਦੇ ਪੰਜਾਬੀ ਇਲਾਕਾ, ਪੰਜਾਬੀ ਦੀ ਹੈਲਪ ਕਰ ਦੇਗਾ। ਬਟ ਆਈ ਥਿੰਕ ਇਹ ਤੁਹਾਡੀ ਗੱਲ ਸਹੀ ਹੈ ਕਿ ਦਿੱਲੀ 'ਚ ਜਾਂ ਬੰਬੇ 'ਚ ਜਿਹੜੇ ਬੱਚੇ ਪੜ੍ਹਨ ਜਾਂਦੇ ਨੇ, ਉਹ ਵੀ ਆਪਣੇ ਫਲੈਟ ਲੈਂਦੇ ਨੇ, ਜਦੋਂ ਇੰਟਰਨਸ਼ਿਪ ਕਰਦੇ ਨੇ ਬੱਚੇ ਆਪਣੇ ਫਲੈਟ ਲੈਂਦੇ ਨੇ, 6 ਬੱਚੇ ਵੀ ਰਹਿੰਦੇ ਨੇ, 3 ਬੈਡਰੂਮ 'ਚ ਇੱਕ ਬੈਡਰੂਮ ਸ਼ੇਅਰ ਕਰ ਲੈਂਦੇ ਨੇ, ਹਨਾ, ਬਾਥਰੂਮ ਦਾ ਸ਼ੇਅਰ ਕਰ ਲੈਂਦੇ ਨੇ। ਉਹ ਤੁਹਾਡੀ ਗੱਲ ਸਵਾਰੀ ਜੇ ਆਪਾਂ ਗੱਲ ਕਰਦੇ ਹਾਂ ਬਸ ਉਹਦਾ ਕੋਈ ਅਪਡੇਟ ਹੈ ਨਹੀਂ, ਉਹ ਸਾਰੀਆਂ ਗੱਲਾਂ ਅਸੀਂ ਖੁਦ ਇੱਥੇ, ਅਸੀਂ ਤਾਂ ਜੀ ਇੰਨਾ ਲੜੇ ਆ ਨਾ, ਮੈਂ ਸਾਰੇ ਪੱਖ, ਅਸੀਂ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ 100 ਸਟੂਡੈਂਟ ਵੀ ਰਾਤ ਨੂੰ ਅਸੀਂ ਰੱਖਿਆ। ਹਾਂਜੀ,
ਪਈ ਜਦੋਂ ਮੁਸ਼ਕਲ ਸੀ, ਪਰ ਉਹਦੇ ਸਿੱਟੇ ਸਾਨੂੰ ਇੰਨੇ ਭੈੜੇ ਭੁਗਤਣੇ ਪਏ ਨਾ, ਇੰਨੇ ਇਲਜ਼ਾਮ, ਇੰਨਾ ਕੁੱਤਪੁਣਾ ਜਾਣੀ ਕੀਤਾ ਪਈ ਗੁਰਦੁਆਰੇ ਦੇ ਅੰਦਰ ਰਾਤ ਨੂੰ ਲੈਪਟਾਪ ਲਾ ਕੇ ਭੰਗੜਾ ਪਾਉਣ ਲੱਗੇ ਹੋ। ਹੁਣ ਪਤਾ ਆ ਵੀ ਗੁਰਦੁਆਰੇ ਦੇ ਵਿੱਚ ਰਹਿੰਦੇ ਆ, ਪ੍ਰੋਬਲਮ ਆ, ਖਰਚਾ ਇੱਥੇ ਤਾਂ ਰਹਿੰਦੇ, ਖਰਚਾ ਹੈ ਨਹੀਂ, ਹਨਾ। ਕੰਮ ਦੇ ਟਾਈਮ ਜਦੋਂ ਗੁਰਦੁਆਰੇ ਸੇਵਾ ਦਾ ਕਥਾਕਾਰ ਆਇਆ, ਲੰਗਰ ਬਣ ਲੱਗਾ ਤਾਂ ਜਾ ਕੇ ਸੌਂ ਗਏ। ਰਾਤ ਨੂੰ 11 ਵਜੇ ਸਾਨੂੰ ਪਤਾ ਲੱਗਾ ਵੀ 3 ਜਣੇ ਉੱਠ ਕੇ ਚਲ ਗਏ। ਅੱਛਾ ਕੀ ਗੱਲ ਹੋਈ ਜੀ? ਬੱਬੂ ਮਾਨ ਆਇਆ ਸੀ, $70 ਦੀ ਟਿਕਟ ਲੈ ਕੇ ਬੱਬੂ ਮਾਨ ਦੇਖਣ ਚਲ ਗਿਆ ਬੰਦਾ, ਉੱਥੋਂ ਸ਼ਰਾਬ ਪੀ ਕੇ ਰਾਤ ਨੂੰ 3 ਵਜੇ ਆ ਕੇ ਸੌਂ ਗਿਆ। ਆਪਣਾ ਆਪ ਹੀ ਖਰਾਬ ਲੱਗੀ ਗਈ। ਮੈਂ ਦੱਸਦਾ ਵੀ ਬੜੇ ਤਜਰਬੇ ਜਿਹੜੇ ਆ, ਅਸੀਂ ਸਾਰਾ ਕੁਝ ਹੰਢਾ ਕੇ ਦੇਖ ਕੇ ਤੁਹਾਨੂੰ ਕਹਿੰਦੇ ਵੀ ਸਾਨੂੰ ਡਿਊਟੀ ਵੱਲ, ਆਪਣੇ ਫਰਜ਼ਾਂ ਵੱਲ ਧਿਆਨ ਦੇਣਾ ਪੈਣਾ। ਜਿੰਨਾ ਚਿਰ ਅਸੀਂ ਉਹ ਨਹੀਂ ਸੋਚਦੇ, ਇਹ ਮੁਲਕ ਨਰਕ ਬਣ ਗਏ। ਪ੍ਰੋਬਲਮ ਇਹ ਬਣਨੀ ਆ ਜਦੋਂ ਸਾਡੀ ਪਾਪੂਲੇਸ਼ਨ ਦਾ ਅਨੁਪਾਤ ਵੱਧ ਗਿਆ ਇਹਨਾਂ ਮੁਲਕਾਂ ਵਿੱਚ, ਉਹੀ ਚੀਜ਼ ਬਣ ਗਈ, ਫਿਰ ਪੰਜਾਬ ਬਣ ਜਾਣਾ ਇਹ। ਤੇ ਉਹਦੇ ਤੇ ਜਿਹੜੇ ਤੁਸੀਂ ਪੁਰਾਣੇ ਬੰਦੇ ਆ, ਜੇ ਤੁਸੀਂ ਆਪਣਾ ਫਰਜ਼ ਨਹੀਂ ਨਿਭਾਉਂਗੇ, ਸਖਤੀ ਨਾਲ ਉਹ ਸਟੈਪ ਨਹੀਂ ਲਓਗੇ, ਤੇ ਉਹ ਇਹ ਕਲਚਰ ਤਾਂ ਵੱਧਦਾ ਜਾਊਗਾ। ਫਿਰ ਜਿਹੜਾ ਇੱਕ ਬੱਚਾ ਆ, ਜੇ ਇੱਕ ਬੱਚਾ ਸਾਡੇ ਸਾਹਮਣੇ, ਪੰਜਾਬ ਦੇ ਵਿੱਚ ਕੀ ਹੁੰਦਾ ਸੀ, ਜਿਹੜੇ ਗੁੰਡੇ ਬੰਦੇ, ਪਿੰਡਾਂ ਦੇ ਜੈਲਦਾਰ, ਲੰਬੜ, ਸਰਪੰਚ ਹੁੰਦੇ ਸੀ, ਉਹਨਾਂ ਦੇ ਨਿਆਣੇ ਅਯਾਸ਼ੀ ਕਰਦੇ ਸੀ, ਕੁੜੀਆਂ ਨੂੰ ਜ਼ਬਰਦਸਤੀ ਫੜਦੇ ਸੀ। ਤੇ ਜਦੋਂ ਪੰਚਾਇਤ ਹੋਣੀ, ਜਦੋਂ ਸਜ਼ਾ ਮਿਲਣ ਦੀ ਗੱਲ ਹੋਣੀ, ਤਾਂ ਉਹ ਲੰਬੜ ਨੇ ਕੀ ਕਰਨਾ, ਫੜ ਕੇ 2 ਮਾਰ ਕੇ ਚਪੇੜਾਂ ਉਹਦੇ, ਖਬਰਦਾਰ ਭੱਜ ਜਾ, ਤੇਰੇ ਡੱਕਰੇ ਕਰ ਦੂੰ ਸਾਲਿਆ ਜੇ ਮੁੜ ਕੇ ਕੀਤਾ, ਐ ਕਰਕੇ ਤੋੜ ਦੇਣਾ ਉਹਨੂੰ। ਕੀ ਉਹ ਬੱਚਾ ਸੁਧਰ ਸਕਦਾ ਮੁੜ ਕੇ? ਤੇ ਜਦੋਂ ਉਹ ਗਲਤੀ ਕਰਦਾ ਆ, ਉਹਦੇ ਜਿਹੜੇ ਸਿੱਟੇ ਆ ਉਹਨੂੰ ਭੁਗਤਣ ਦੇ ਲਈ, ਜੇ ਤੁਸੀਂ ਉਹਦੇ ਮੂਹਰੇ ਮਾਹੌਲ ਛੱਡਦੇ, ਉਹਨੂੰ ਕਹਿੰਦੇ ਵੀ ਠੀਕ ਹੈ ਭਾਈ, ਹੁਣ ਤੂੰ ਕਾਰਜ ਕੀਤਾ, ਸਜ਼ਾ ਭੁਗਤ, ਫਿਰ ਹੀ ਉਹਨੂੰ ਲੈਸਨ ਮਿਲੂਗਾ ਨਾ ਵੀ ਗਾਹਾਂ ਦੀ ਵਾਰੀ ਨਾ ਕਰੂਗਾ। ਸਾਡੇ ਅੰਦਰ ਕੀ ਆ, ਜਦੋਂ ਇਦਾਂ ਦਾ ਕੁਝ ਹੁੰਦਾ, ਇੱਕ ਤਬਕਾ ਸਾਡੇ ਅੰਦਰ ਖੜਾ ਹੋ ਜਾਂਦਾ, ਜਿਹੜਾ ਇਦਾਂ ਧਰਮੀ ਜਿਹਾ ਬਣ ਕੇ ਇਦਾਂ ਕਹਿਣ ਲੱਗ ਪੈਂਦਾ ਵੀ ਦੇਖੋ ਜੀ ਕੋਈ ਗੱਲ ਨਹੀਂ, ਜੇ ਹੋ ਵੀ ਗਈ ਗਲਤੀ ਆ, ਛੱਡ ਦੇਣਾ ਚਾਹੀਦਾ ਮਾਫ, ਗਾਹਾਂ ਤੋਂ ਇਦਾਂ ਅਸੀਂ ਵੀ ਤਾਂ ਸਾਰੇ ਕਰਦੇ ਹੀ ਆ। ਇਹ ਕਰਕੇ ਅਸੀਂ ਗਲਤੀ ਕਰਨੇ ਵਾਲੇ ਨੂੰ ਸ਼ਹਿ ਦੇ ਰਹੇ ਆ। ਉਹਨੂੰ ਲੱਗਦਾ ਵੀ ਇਹ ਬਿਹੇਵ ਐਕਸੈਪਟੇਬਲ ਆ। ਹੁਣ ਜਿੰਨਾ ਚਿਰ ਉਹਨੂੰ ਉਹਦੇ ਸਿੱਟੇ ਨਹੀਂ ਭੁਗਤਣੇ ਪੈਂਦੇ, ਉਹਨਾਂ ਚਿਰ ਗਾਹਾਂ ਤੋਂ ਕਰਨੋਂ ਕਿਉਂ ਹਟੂਗਾ ਉਹ? ਹੁਣ ਜਿਹੜਾ ਮਨੁੱਖ ਦਾ ਸੁਭਾਅ ਆ ਮੁੱਢਲੇ ਰੂਪ ਦੇ ਵਿੱਚ, ਉਹ ਕਬਜ਼ੇ ਵਾਲਾ ਆ। ਰੱਬ ਨੇ ਮੁਕਾਬਲੇ ਦੀ ਭਾਵਨਾ ਪਾ ਕੇ ਬੰਦੇ ਨੂੰ ਸੰਸਾਰ ਦੇ ਉੱਤੇ ਭੇਜਣੀ, ਫੋਨ ਕੱਟਿਆ ਗਿਆ ਹੁੰਦਾ। ਰੱਬ ਨੇ ਜਦੋਂ ਮਨੁੱਖੀ ਜਿਹੜਾ ਦਿਮਾਗ ਆ ਨਾ, ਉਹਦੇ ਚ ਮੁਕਾਬਲੇ ਦੀ ਭਾਵਨਾ ਆ, ਜਿਹੜਾ ਲੋਭ ਆ ਉਹਦੇ ਅੰਦਰ, ਜੇ ਨਾ ਹੁੰਦਾ ਤਾਂ ਉਹ ਤਾਂ ਸਰਵਾਈਵ ਨਾ ਕਰ ਸਕਦਾ। ਕੰਪੀਟ ਕਰਨ ਦੀ ਭਾਵਨਾ ਉਹਦੇ ਅੰਦਰ, ਉਹ ਬਿਲਕੁਲ ਮੁਕਾਬਲਾ ਕਰਕੇ ਅੱਗੇ ਨਿਕਲਦਾ ਸਾਰਿਆਂ ਤੋਂ। ਠੀਕ ਆ। ਹਾਂਜੀ, ਭਈ ਉਹ